ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਦਫ਼ਤਰ ਤੋਂ ਮੁੜ ਰਹੀ ਸੀ ਕਿ ਮੋਬਾਈਲ ਦੀ ਘੰਟੀ ਵੱਜੀ। ਮੈਂ ਮੋਬਾਈਲ ਔਨ ਕੀਤਾ। ਉਧਰ ਤੋਂ ਕਿਸੇ ਨੇ ਦੱਸਿਆ ਕਿ ਰੇਖਾ ਤੇਰੇ ਸਹੁਰਾ ਜੀ ਨਹੀਂ ਰਹੇ, ਤੂੰ ਤੁਰੰਤ ਇੱਥੇ ਆ ਜਾ। ਇਹ ਸੁਣਦੇ ਹੀ ਮੈਂ ਸੋਚ ਵਿੱਚ ਪੈ ਗਈ ਕਿ ਹੁਣ ਕੀ ਕਰਾਂ, ਕਿਉਂਕਿ ਦਫ਼ਤਰ ਵਿੱਚ ਆਡਿੰਗ ਪਾਰਟੀ ਆਈ ਹੋਈ ਸੀ। ਜਦੋਂ ਆਡਿੰਗ ਚੱਲ ਰਿਹਾ ਹੁੰਦਾ ਉਦੋਂ ਬੌਸ ਲੋਕ ਛੁੱਟੀ ਦੇਣ ਤੋਂ ਕਤਰਾਉਂਦੇ ਹਨ। ਮੈਂ ਤੁਰੰਤ ਬੌਸ ਨੂੰ ਫੋਨ ਲਗਾਇਆ ਤੇ ਉਹਨਾਂ ਨੂੰ ਸਹੁਰਾ ਜੀ ਦੀ ਮੌਤ ਦੇ ਬਾਰੇ ਜਾਣਕਾਰੀ ਦਿੱਤੀ। ਘਰ ਆ ਕੇ ਤਤਕਾਲ ਵਿੱਚ ਮੈਂ ਆਪਣਾ ਰੇਲ ਟਿਕਟ ਬੁੱਕ ਕੀਤਾ, ਜਲਦੀ ਨਾਲ ਸੂਟਕੇਸ ਤਿਆਰ ਕੀਤਾ ਤੇ ਰੇਲਵੇ ਸਟੇਸ਼ਨ ਪਹੁੰਚੀ। ਇੰਦੌਰ ਜਾਣ ਵਾਲੀ ਟ੍ਰੇਨ ਪਲੇਟਫਾਰਮ ਤੇ ਖੜੀ ਸੀ। ਮੈਂ ਦੌੜ ਕੇ ਟ੍ਰੇਨ ਵਿੱਚ ਵੜ ਗਈ। ਮੇਰੀ ਸੀਟ ਤੇ ਬੈਠਦੇ ਹੀ ਟ੍ਰੇਨ ਚੱਲ ਪਈ। ਸੀਟ ਤੇ ਬੈਠਦੇ ਹੀ ਯਾਦਾਂ ਦੀ ਨਦੀ ਦਿਲ ਦੀ ਜ਼ਮੀਨ ਤੇ ਬਹਾਲ ਹੋਣ ਲੱਗੀ। ਸਹੁਰਾ ਜੀ ਦਾ ਚਿਹਰਾ ਰਹਿ ਰਹਿ ਕੇ ਯਾਦ ਆ ਰਿਹਾ ਸੀ ਕਿ ਸੱਚ ਕਹਾਂ ਤਾਂ ਮੇਰਾ ਦਿਲ ਇਹ ਮੰਨਣ ਨੂੰ ਬਿਲਕੁਲ ਤਿਆਰ ਨਹੀਂ ਸੀ ਕਿ ਮੇਰੇ ਸਹੁਰਾ ਜੀ ਨਹੀਂ ਰਹੇ। ਟ੍ਰੇਨ ਜਿਵੇਂ ਜਿਵੇਂ ਰਫ਼ਤਾਰ ਫੜਨ ਲੱਗੀ, ਵੈਸੇ ਵੈਸੇ ਮੈਨੂੰ ਆਪਣੇ ਜੀਵਨ ਦਾ ਇੱਕ ਇੱਕ ਘਟਨਾਕ੍ਰਮ ਯਾਦ ਆਉਣ ਲੱਗਿਆ ਜੋ ਉਹਨਾਂ ਦੇ ਨਾਲ ਜੁੜਿਆ ਹੋਇਆ ਸੀ। ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਵਿਆਹ ਕਰਕੇ ਸਹੁਰੇ ਘਰ ਆਈ ਸੀ। ਜਦੋਂ ਮੈਂ ਪਹਿਲੀ ਵਾਰ ਸਹੁਰੇ ਜੀ ਦੇ ਪੈਰ ਛੂਹੇ ਉਦੋਂ ਉਹਨਾਂ ਨੇ ਕਿਹਾ ਸੀ ਕਿ ਇੱਕ ਗੱਲ ਹਮੇਸ਼ਾ ਯਾਦ ਰੱਖੀ, ਇਸ ਘਰ ਨੂੰ ਆਪਣਾ ਪੇਕਾ ਘਰ ਕਦੇ ਨਾ ਸਮਝਣਾ। ਹਾਂ, ਹਮੇਸ਼ਾ ਇਹੀ ਯਾਦ ਰੱਖਣਾ ਕਿ ਇਹ ਤੇਰਾ ਸਹੁਰਾ ਘਰ ਹੈ। ਮੈਂ ਉਹਨਾਂ ਦੇ ਇਹ ਕਠੋਰ ਬਚਨ ਸੁਣ ਕੇ ਹੈਰਾਨ ਵੀ ਹੋਈ ਤੇ ਡਰ ਵੀ ਗਈ। ਦਰਅਸਲ ਮੇਰੇ ਪਤੀ ਫੌਜ ਵਿੱਚ ਸੀ। ਵਿਆਹ ਦੇ ਲਈ ਉਹ 1 ਮਹੀਨੇ ਦੀ ਛੁੱਟੀ ਲੈ ਕੇ ਆਏ ਸੀ। ਵਿਆਹ ਦੇ ਤੁਰੰਤ ਬਾਅਦ ਅਸੀਂ ਹਨੀਮੂਨ ਦੇ ਲਈ ਮਨਾਲੀ ਚਲੇ ਗਏ ਤੇ ਉੱਥੋਂ ਮੁੜਨ ਤੋਂ ਬਾਅਦ ਮਹਾਬਲੇਸ਼ਵਰ, ਪੂਨਾ ਗਏ। ਇਸ ਘੁੰਮਣ ਫਿਰਨ ਦੇ ਦੌਰਾਨ ਦਿਨ ਕਿਵੇਂ ਲੰਘ ਗਏ ਇਹ ਸਾਨੂੰ ਪਤਾ ਹੀ ਨਾ ਚੱਲਿਆ। ਉਹਨਾਂ ਦੀਆਂ ਛੁੱਟੀਆਂ ਖਤਮ ਹੋ ਗਈਆਂ ਤੇ ਉਹ ਫਿਰ ਕਸ਼ਮੀਰ ਚਲੇ ਗਏ। ਜਦੋਂ ਇੱਕ ਦਿਨ ਅਸੀਂ ਮਹਾਬਲੇਸ਼ਵਰ ਵਿੱਚ ਸਨਸੈਟ ਪੁਆਇੰਟ ਤੇ ਬੈਠੇ ਸੀ ਤਾਂ ਗੱਲਾਂ ਗੱਲਾਂ ਵਿੱਚ ਉਹਨਾਂ ਨੇ ਦੱਸਿਆ ਕਿ ਆਪਣੀ ਡਿਊਟੀ ਦੇ ਤਹਿਤ ਸੀਮਾ ਤੇ ਰਹਿਣ ਦੇ ਦੌਰਾਨ ਸਾਨੂੰ ਪੂਰੀ ਤਰ੍ਹਾਂ ਚੌਕਸ ਰਹਿਣਾ ਪੈਂਦਾ, ਕਿਉਂਕਿ ਸੀਮਾ ਪਾਰ ਤੋਂ ਸਾਡੀ ਸੀਮਾ ਵਿੱਚ ਅੱਤਵਾਦੀਆਂ ਦੀ ਘੁਸਪੈਠ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਆ। ਫਿਰ ਸੀਮਾ ਪਾਰ ਤੋਂ ਦੁਸ਼ਮਣ ਦੀ ਸੈਨਾ ਕਦੇ ਵੀ ਸੀਜ਼ ਫਾਇਰ ਤੋੜ ਕੇ ਗੋਲਾਬਾਰੀ ਕਰਦੀ ਰਹਿੰਦੀ ਆ। ਇਸ ਲਈ ਸਾਨੂੰ ਹਮੇਸ਼ਾ ਸੁਚੇਤ ਰਹਿਣਾ ਪੈਂਦਾ। ਸਾਡੀ ਛੋਟੀ ਜਿਹੀ ਗਲਤੀ ਜਾਂ ਭੁੱਲ ਸਾਡੇ ਲਈ ਜਾਨ ਦਾ ਖਤਰਾ ਬਣ ਸਕਦੀ ਆ। ਜਦੋਂ ਉਹਨਾਂ ਦੀ ਇਹ ਗੱਲ ਪੂਰੀ ਹੋਈ ਉਦੋਂ ਮੈਂ ਸਵਾਲ ਕੀਤਾ, ਤੁਸੀਂ ਮੈਨੂੰ ਕਸ਼ਮੀਰ ਕਦੋਂ ਘੁਮਾਉਣ ਲੈ ਕੇ ਜਾਓਗੇ? ਉਦੋਂ ਤੁਰੰਤ ਜਵਾਬ ਦਿੰਦੇ ਹੋਏ ਉਹ ਬੋਲੇ, ਰੇਖਾ ਅਗਲੀ ਵਾਰ ਜਦੋਂ ਇੰਦੌਰ ਆਊਂਗਾ ਉਦੋਂ ਤੈਨੂੰ ਆਪਣੇ ਨਾਲ ਕਸ਼ਮੀਰ ਲੈ ਜਾਊਂਗਾ। ਉਹਨਾਂ ਦੇ ਕਸ਼ਮੀਰ ਪਹੁੰਚਣ ਦਾ ਫੋਨ ਆਇਆ ਤੇ ਉਸ ਦੇ ਅਗਲੇ ਹੀ ਦਿਨ ਸਵੇਰੇ 5 ਵਜੇ ਫੋਨ ਦੀ ਘੰਟੀ ਵੱਜੀ। ਮੇਰੇ ਸਹੁਰਾ ਜੀ ਨੇ ਫੋਨ ਚੁੱਕਿਆ। ਉਧਰ ਤੋਂ ਆਵਾਜ਼ ਆਈ, ਮੈਂ ਕਰਨਲ ਸਿਨਹਾ ਬੋਲ ਰਿਹਾ। ਮੈਨੂੰ ਇਹ ਖਬਰ ਦਿੰਦੇ ਹੋਏ ਦੁੱਖ ਹੋ ਰਿਹਾ ਕਿ ਕੱਲ੍ਹ ਰਾਤ ਕੁਝ ਅੱਤਵਾਦੀਆਂ ਨੇ ਸਾਡੀ ਸੀਮਾ ਤੇ ਹਮਲਾ ਕਰ ਦਿੱਤਾ। ਉਹਨਾਂ ਦੇ ਨਾਲ ਲੜਦੇ ਹੋਏ ਤੁਹਾਡਾ ਪੁੱਤਰ ਰਾਜੀਵ ਸ਼ਹੀਦ ਹੋ ਗਿਆ। ਉਧਰ ਤੋਂ ਟੈਲੀਫੋਨ ਬੰਦ ਹੋਇਆ ਤੇ ਇੱਧਰ ਮੇਰੇ ਸਹੁਰਾ ਜੀ ਨੇ ਮੇਰੇ ਕਮਰੇ ਦਾ ਦਰਵਾਜ਼ਾ ਖੜਕਾਇਆ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਨੇ ਸ਼ਬਦਾਂ ਵਿੱਚ ਮੈਨੂੰ ਮੇਰੇ ਪਤੀ ਦੇ ਸ਼ਹੀਦ ਹੋਣ ਦਾ ਸਮਾਚਾਰ ਸੁਣਾਇਆ। ਉਦੋਂ ਉਹਨਾਂ ਦੀ ਗੱਲ ਸੁਣ ਕੇ ਮੈਨੂੰ ਲੱਗਿਆ ਕਿ ਉਹਨਾਂ ਨੇ ਆਪਣੇ ਪੁੱਤਰ ਦੇ ਸ਼ਹੀਦ ਹੋਣ ਦਾ ਗਮ ਹੈ ਵੀ ਜਾਂ ਨਹੀਂ। ਕੋਈ ਆਪਣੇ ਮਤਰੇਏ ਪੁੱਤਰ ਦੀ ਮੌਤ ਤੇ ਵੀ ਇੰਨਾ ਸਖਤ ਨਹੀਂ ਬਣਦਾ। ਕੋਈ ਪਿਤਾ ਇੰਨਾ ਪੱਥਰ ਦਿਲ ਕਿਵੇਂ ਹੋ ਸਕਦਾ? ਇਹ ਸੋਚ ਕੇ ਮੈਂ ਹੈਰਾਨੀ ਵਿੱਚ ਸੀ। ਰਾਜੀਵ ਦੀ ਮੌਤ ਤੋਂ 1.5 ਮਹੀਨਾ ਬਾਅਦ ਮੇਰੇ ਮਾਤਾ ਪਿਤਾ ਰਸਮ ਅਦਾ ਕਰਨ ਦੇ ਲਈ ਮੇਰੇ ਸਹੁਰੇ ਘਰ ਆਏ। ਜਦੋਂ ਮੇਰੇ ਪਿਤਾ ਜੀ ਨੇ ਸਹੁਰੇ ਨੂੰ ਵੀ ਸਾਡੇ ਨਾਲ ਚੱਲਣ ਦੇ ਲਈ ਕਿਹਾ ਤਾਂ ਉਦੋਂ ਉਹ ਬੋਲੇ, ਤੁਸੀਂ ਰੇਖਾ ਨੂੰ ਆਪਣੇ ਨਾਲ ਲੈ ਜਾ ਕੇ ਆਪਣੀ ਰਸਮ ਪੂਰੀ ਕਰ ਲਓ। ਮੈਂ ਇਹਨਾਂ ਪ੍ਰਾਚੀਨ ਪਖੰਡਾਂ ਨੂੰ ਨਹੀਂ ਮੰਨਦਾ। ਪਾਪਾ ਜੀ ਉਹਨਾਂ ਦਾ ਜਵਾਬ ਸੁਣ ਕੇ ਹੈਰਾਨ ਰਹਿ ਗਏ। ਕਰੀਬ 10 ਦਿਨ ਪੇਕੇ ਘਰ ਰਹਿਣ ਦੇ ਬਾਅਦ ਮੈਂ ਫਿਰ ਆਪਣੇ ਸਹੁਰੇ ਘਰ ਆ ਗਈ। ਕੁਝ ਦਿਨ ਤੱਕ ਸਹੁਰਾ ਸਾਹਿਬ ਨੇ ਮੇਰੇ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਮੈਂ ਕਿਸੇ ਕੋਨੇ ਵਿੱਚ ਬੈਠ ਕੇ ਦਿਨ ਭਰ ਰੋਂਦੀ ਰਹਿੰਦੀ, ਪਰ ਉਹਨਾਂ ਨੇ ਆਪਣਾ ਸੋਸ਼ਲ ਵਰਕ ਬਿਲਕੁਲ ਉਵੇਂ ਤਰ੍ਹਾਂ ਚਾਲੂ ਰੱਖਿਆ ਜਿਵੇਂ ਉਹ ਪਹਿਲਾਂ ਕਰਿਆ ਕਰਦੇ ਸੀ। ਮੈਂ ਕੋਨੇ ਵਿੱਚ ਬੈਠੇ ਬੈਠੇ ਸੋਚਦੀ ਰਹਿੰਦੀ ਕਿ ਇਹ ਕਿਹੋ ਜਿਹੇ ਪਿਤਾ ਹਨ ਜਿਨ੍ਹਾਂ ਦੇ ਚਿਹਰੇ ਉੱਤੇ ਆਪਣੇ ਪੁੱਤਰ ਦੇ ਮਰਨ ਦਾ ਗਮ ਤੱਕ ਨਜ਼ਰ ਨਹੀਂ ਆਉਂਦਾ। ਇੱਕ ਦਿਨ ਜਦੋਂ ਅਸੀਂ ਇਕੱਠੇ ਬੈਠੇ ਸੀ ਉਦੋਂ ਮੈਂ ਹੀ ਉਹਨਾਂ ਨੂੰ ਪੁੱਛਿਆ ਕਿ ਪਿਤਾ ਜੀ, ਕੀ ਤੁਹਾਨੂੰ ਰਾਜੀਵ ਦੀ ਯਾਦ ਨਹੀਂ ਆਉਂਦੀ? ਮੈਂ ਤਾਂ ਉਹਨਾਂ ਦੇ ਗਮ ਨੂੰ ਆਪਣੇ ਦਿਲ ਤੋਂ ਅਲੱਗ ਨਹੀਂ ਕਰ ਪਾ ਰਹੀ। ਉਦੋਂ ਉਹਨਾਂ ਨੇ ਆਪਣੀਆਂ ਤੜਫਦੀਆਂ ਅੱਖਾਂ ਨਾਲ ਮੇਰੇ ਵੱਲ ਦੇਖਿਆ ਤੇ ਬੋਲਿਆ, ਜਿਸ ਦਿਨ ਉਹ ਫੌਜ ਵਿੱਚ ਭਰਤੀ ਹੋਇਆ ਸੀ ਉਸੇ ਦਿਨ ਤੋਂ ਮੈਂ ਆਪਣਾ ਦਿਲ ਕਠੋਰ ਕਰ ਲਿਆ ਸੀ।
ਮੈਂ ਜਾਣਦਾ ਸੀ ਕਿ ਇਹ ਖਬਰ ਇੱਕ ਨਾ ਇੱਕ ਦਿਨ ਮੈਨੂੰ ਸੁਣਨ ਨੂੰ ਮਿਲ ਸਕਦੀ ਆ। ਫਿਰ ਜੋ ਦੇਸ਼ ਦੇ ਲਈ ਸ਼ਹੀਦ ਹੋ ਗਿਆ ਉਸ ਦਾ ਗਮ ਕਿਉਂ ਕਰਗੇ? ਸਾਨੂੰ ਤਾਂ ਗਰਵ ਹੋਣਾ ਚਾਹੀਦਾ ਕਿ ਸਾਡਾ ਪੁੱਤਰ ਦੇਸ਼ ਦੇ ਲਈ ਕੰਮ ਕਰ ਗਿਆ। ਉਹਨਾਂ ਦੇ ਕਠੋਰ ਬੋਲ ਸੁਣ ਕੇ ਮੈਂ ਹੈਰਾਨ ਰਹਿ ਗਈ। ਕੁਝ ਦਿਨ ਹੋਰ ਬੀਤੇ, ਮੈਂ ਅਕਸਰ ਉਦਾਸ ਹੀ ਬੈਠੀ ਰਹਿੰਦੀ। ਇੱਕ ਦਿਨ ਉਹ ਮੇਰੇ ਕਮਰੇ ਵਿੱਚ ਆਏ ਤੇ ਬੋਲੇ, ਇਹ ਕੀ ਤੂੰ ਦਿਨ ਭਰ ਬਿਸਤਰ ਤੇ ਇੱਕ ਲਾਸ਼ ਦੀ ਤਰ੍ਹਾਂ ਪਈ ਰਹਿਨੀ ਆ? ਰਾਜੀਵ ਦੀ ਮੌਤ ਹੋਈ ਆ ਜਾਂ ਤੇਰੀ? ਮੈਂ ਹੰਝੂ ਪੂੰਝਦੇ ਕਿਹਾ, ਪਾਪਾ ਜੀ ਤੁਸੀਂ ਮੇਰਾ ਦੁੱਖ ਨਹੀਂ ਸਮਝ ਸਕਦੇ। ਮੈਂ ਇੰਨਾ ਕਹਿਣ ਤੇ ਹੀ ਉਹ ਬੋਲੇ, ਕੀ ਕਿਹਾ ਤੂੰ? ਮੈਂ ਤੇਰਾ ਦੁੱਖ ਨਹੀਂ ਸਮਝ ਸਕਦਾ? ਮੈਂ ਵੀ ਆਪਣੇ ਜੀਵਨ ਵਿੱਚ ਆਪਣੀ ਜੀਵਨ ਸਾਥਣ ਆਪਣੀ ਪਤਨੀ ਖੋਈ ਆ। ਉਦੋਂ ਰਾਜੀਵ ਸਿਰਫ 5 ਸਾਲ ਦਾ ਸੀ ਤੇ ਤੂੰ ਮੈਨੂੰ ਕਹਿ ਰਹੀ ਆ ਕਿ ਮੈਂ ਤੇਰਾ ਦੁੱਖ ਨਹੀਂ ਸਮਝ ਸਕਦਾ। ਜੇਕਰ ਤੂੰ ਆਪਣਾ ਸੁਹਾਗ ਖੋਇਆ ਹੈ ਤਾਂ ਮੈਂ ਵੀ ਆਪਣਾ ਇੱਕਮਾਤਰ ਸਹਾਰਾ ਖੋਇਆ। ਪਾਪਾ ਜੀ ਆ ਮੇਰੇ ਸਾਹਮਣੇ ਮੇਰੀ ਪੂਰੀ ਜ਼ਿੰਦਗੀ ਪਈ ਆ ਤੇ ਮੈਂ ਉਲਝਣ ਵਿੱਚ ਹਾਂ ਕਿ ਹੁਣ ਮੈਂ ਕੀ ਕਰਾਂਗੀ। ਮੇਰੀ ਗੱਲ ਉਹਨਾਂ ਨੇ ਗੰਭੀਰਤਾ ਨਾਲ ਸੁਣੀ ਤੇ ਫਿਰ ਉਹ ਬੋਲੇ ਕਿ ਤੂੰ ਇਸ ਗਮ ਨੂੰ ਆਪਣੇ ਤੋਂ ਦੂਰ ਹਟਾਵੇਂਗੀ, ਉਦੋਂ ਤਾਂ ਆਪਣੇ ਬਾਰੇ ਕੁਝ ਸੋਚ ਸਕੇਂਗੀ। ਕੁਝ ਦਿਨ ਬਾਅਦ ਇੱਕ ਦਿਨ ਸਹੁਰਾ ਸਾਹਿਬ ਜੀ ਮੇਰੇ ਕੋਲ ਆਏ ਤੇ ਬੋਲੇ, ਬੇਟਾ ਹੁਣ ਅੱਜ ਤੋਂ ਤੂੰ ਆਪਣੀ ਜ਼ਿੰਮੇਵਾਰੀ ਭਰੀ ਜ਼ਿੰਦਗੀ ਸ਼ੁਰੂ ਕਰ। ਫਿਰ ਉਹਨਾਂ ਨੇ ਮੈਨੂੰ ਗੈਸ ਦੀ ਬੁਕਿੰਗ ਕਿਵੇਂ ਕਰਦੇ ਹਨ ਇਹ ਦੱਸਿਆ। ਕੁਝ ਦਿਨ ਬਾਅਦ ਉਹ ਮੈਨੂੰ ਬੈਂਕ ਲੈ ਗਏ ਤੇ ਉੱਥੋਂ ਦੇ ਕੰਮ ਸਮਝਾਏ। ਫਿਰ ATM ਲੈ ਗਏ ਤੇ ਪੈਸੇ ਕਿਵੇਂ ਕਢਵਾਉਣੇ ਹਨ ਇਹ ਸਿਖਾਇਆ। ਟੈਲੀਫੋਨ ਤੇ ਬਿਜਲੀ ਦਾ ਬਿੱਲ ਭਰਨਾ ਉਹ ਵੀ ਮੈਨੂੰ ਸਿਖਾਇਆ। ਸਭ ਕੰਮ ਮੈਂ ਸਿੱਖ ਗਈ ਤੇ ਕੰਮ ਕਰਨ ਲੱਗੀ। ਪਰ ਘਰ ਦੇ ਕੰਮ ਨਿਪਟਾਉਣ ਤੋਂ ਬਾਅਦ ਜਦੋਂ ਮੈਂ ਇਕੱਲੀ ਰਹਿੰਦੀ ਉਦੋਂ ਉਦਾਸ ਹੋ ਜਾਂਦੀ। ਇੱਕ ਦਿਨ ਸਹੁਰਾ ਜੀ ਨੇ ਮੈਨੂੰ ਬੁਲਾਇਆ ਤੇ ਕਿਹਾ, ਦੇਖੋ ਹੁਣ ਬਹੁਤ ਹੋ ਗਿਆ, ਤੇਰਾ ਉਦਾਸ ਚਿਹਰਾ ਦੇਖ ਕੇ ਮੈਨੂੰ ਬਹੁਤ ਪਰੇਸ਼ਾਨੀ ਹੁੰਦੀ ਆ। ਬਿਹਤਰ ਇਹ ਹੋਵੇਗਾ ਕਿ ਤੂੰ ਫਿਰ ਆਪਣੇ ਪੇਕੇ ਘਰ ਚਲੀ ਜਾ। ਇਸ ਘਰ ਦੇ ਇਲਾਵਾ ਕਿਤੇ ਹੋਰ ਰਹਿਣ ਚਲੀ ਜਾ। ਤੂੰ ਚਾਹੇ ਤਾਂ ਤੇਰੇ ਲਈ ਕੋਈ ਕਿਰਾਏ ਦਾ ਫਲੈਟ ਦੇਖ ਦੇਵਾਂ ਜਾਂ ਖੁਦ ਆਪਣੇ ਲਈ ਮਕਾਨ ਜਾਂ ਫਲੈਟ ਦੇਖ ਲਾ। ਮੈਂ ਉਹਨਾਂ ਨੂੰ ਕਈ ਵਾਰ ਕਿਹਾ ਕਿ ਮੈਂ ਇਕੱਲੀ ਕਿਵੇਂ ਰਹਿ ਪਾਵਾਂਗੀ ਤਾਂ ਉਹ ਬੋਲੇ, ਇਹ ਤੇਰੀ ਪ੍ਰੋਬਲਮ ਆ, ਇਸ ਨੂੰ ਤੈਨੂੰ ਹੀ ਹੱਲ ਕਰਨਾ ਹੈ। ਦਿਨ ਪ੍ਰਤੀ ਦਿਨ ਉਹਨਾਂ ਦਾ ਕਠੋਰ ਰਵੱਈਆ ਦੇਖ ਕੇ ਮੈਂ ਫੈਸਲਾ ਕੀਤਾ ਕਿ ਵਾਸਤਵ ਵਿੱਚ ਹੁਣ ਰੋਣ ਧੋਣ ਨਾਲ ਕੰਮ ਨਹੀਂ ਚੱਲੇਗਾ। ਫਿਰ ਇੱਕ ਦਿਨ ਦੁਪਹਿਰ ਨੂੰ ਮੈਂ ਆਪਣੇ ਲਈ ਕਿਰਾਏ ਦਾ ਇੱਕ ਫਲੈਟ ਦੇਖਣ ਘਰ ਤੋਂ ਨਿਕਲ ਪਈ। ਰਾਜੀਵ ਦੇ ਦੋਸਤ ਰਮੇਸ਼ ਮਦਦ ਕਰਨ ਦੇ ਨਾਲ ਮੈਂ ਇੱਕ ਫਲੈਟ ਕਿਰਾਏ ਤੇ ਲੈ ਲਿਆ ਤੇ ਉੱਥੇ ਰਹਿਣ ਚਲੀ ਗਈ। ਹੁਣ ਮੈਂ ਇੱਥੇ ਇਕੱਲੀ ਸੀ। ਫਿਰ ਘਰ ਅਤੇ ਬਾਹਰ ਦਾ ਸਾਰਾ ਕੰਮਕਾਜ ਮੈਨੂੰ ਹੀ ਕਰਨਾ ਪੈਂਦਾ ਸੀ। ਰਾਜੀਵ ਦੀ ਪੈਨਸ਼ਨ ਹਰ ਮਹੀਨੇ ਮਿਲ ਰਹੀ ਸੀ, ਇਸ ਲਈ ਕੋਈ ਆਰਥਿਕ ਪਰੇਸ਼ਾਨੀ ਮੈਨੂੰ ਨਹੀਂ ਸੀ। ਸ਼ਾਮ ਨੂੰ ਸਮਾਂ ਮਿਲਦਾ ਉਦੋਂ ਮੈਂ ਬਾਲਕਨੀ ਵਿੱਚ ਜਾ ਕੇ ਬੈਠ ਜਾਂਦੀ ਤੇ ਰਸਤੇ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਨਿਹਾਰਦੀ ਰਹਿੰਦੀ। ਇਸ ਪ੍ਰਕਾਰ ਮੇਰੀ ਸ਼ਾਮ ਗੁਜ਼ਰਨ ਲੱਗੀ। ਪਰ ਦੁਪਹਿਰ ਵਿੱਚ ਅਕਸਰ ਮੈਂ ਬੋਰ ਹੋ ਜਾਂਦੀ ਤਾਂ ਮੈਂ ਕੰਪਿਊਟਰ ਸਿੱਖਣ ਦੇ ਲਈ ਇੱਕ ਕਲਾਸ ਜੁਆਇਨ ਕਰ ਲਈ। 3 ਮਹੀਨੇ ਵਿੱਚ ਮੈਂ ਦਫ਼ਤਰ ਅਕਾਊਂਟਿੰਗ ਸਿੱਖ ਲਈ। ਇੱਕ ਦਿਨ ਸ਼ਾਮ ਨੂੰ ਮੈਂ TV ਉੱਤੇ ਆਪਣਾ ਪਸੰਦੀਦਾ ਸ਼ੋਅ ਦੇਖ ਰਹੀ ਸੀ। ਜਦੋਂ ਮਿਸਿਜ਼ ਰਾਮਚੰਦਨੀ ਆ ਗਈ, ਮੈਂ ਉਹਨਾਂ ਦੇ ਲਈ ਚਾਹ ਬਣਾਈ। ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਉਹ ਬੋਲੀ, ਰੇਖਾ ਮੇਰੇ ਦਫ਼ਤਰ ਵਿੱਚ ਕੰਪਿਊਟਰ ਆਪਰੇਟਰ ਦੀ ਇੱਕ ਪੋਸਟ ਖਾਲੀ ਆ। ਜੇਕਰ ਤੂੰ ਟਰਾਈ ਕਰੇ ਤਾਂ ਉਹ ਪੋਸਟ ਤੈਨੂੰ ਮਿਲ ਸਕਦੀ ਆ। ਜੇਕਰ ਮਿਲ ਗਈ ਤਾਂ ਤੇਰਾ ਸਮਾਂ ਵੀ ਚੰਗਾ ਕੱਟੇਗਾ ਤੇ ਨਵੇਂ ਲੋਕਾਂ ਨਾਲ ਮੇਲ ਜੋਲ ਵੀ ਵਧਣ ਲੱਗੇਗਾ। ਪਰ ਮੈਨੂੰ ਤਾਂ ਕੰਮ ਕਰਨ ਦਾ ਬਿਲਕੁਲ ਵੀ ਅਨੁਭਵ ਨਹੀਂ ਹੈ। ਮੈਂ ਤੁਰੰਤ ਬੋਲ ਦਿੱਤਾ, ਦੇਖੋ ਰੇਖਾ, ਅਨੁਭਵਤਾ ਕੰਮ ਕਰਨ ਦੇ ਬਾਅਦ ਹੀ ਆਉਂਦੀ ਹੈ। ਮੈਨੂੰ ਉਹਨਾਂ ਦੀ ਗੱਲ ਚੰਗੀ ਲੱਗੀ ਤੇ ਅਗਲੇ ਦਿਨ ਹੀ ਨੌਕਰੀ ਦੇ ਲਈ ਐਪਲੀਕੇਸ਼ਨ ਦੇ ਦਿੱਤੀ। ਕਰੀਬ 1 ਹਫ਼ਤੇ ਬਾਅਦ ਮੈਨੂੰ ਇੰਟਰਵਿਊ ਦੀ ਸੂਚਨਾ ਮਿਲੀ। ਮੈਂ ਬਹੁਤ ਗੰਭੀਰਤਾ ਨਾਲ ਇੰਟਰਵਿਊ ਦੀ ਤਿਆਰੀ ਕੀਤੀ। ਅਗਲੀ ਸ਼ਾਮ ਮਿਸਿਜ਼ ਰਾਮਚੰਦਨੀ ਨੇ ਘਰ ਆ ਕੇ ਮੇਰੇ ਚੋਣ ਬਾਰੇ ਮੈਨੂੰ ਦੱਸਿਆ ਤੇ ਉਸ ਦੇ ਅਗਲੇ ਦਿਨ ਮੈਨੂੰ ਨਿਯੁਕਤੀ ਪੱਤਰ ਵੀ ਮਿਲ ਗਿਆ। ਮੈਂ ਅਗਲੇ ਦਿਨ ਹੀ ਨੌਕਰੀ ਜੁਆਇਨ ਕਰ ਲਈ। ਹੁਣ ਮੇਰੇ ਕੋਲ ਨੌਕਰੀ ਸੀ ਤੇ ਮੈਂ ਆਪਣੇ ਪੈਰਾਂ ਤੇ ਖੜ ਗਈ। ਇੱਕ ਸ਼ਾਮ ਸਮਾਨ ਇਕੱਠਾ ਕਰਦੇ ਹੋਏ ਮੈਂ ਦੇਖਿਆ ਕਿ ਸਹੁਰਾ ਜੀ ਦੇ ਘਰ ਤੋਂ ਸਮਾਨ ਸ਼ਿਫਟ ਕਰਨ ਦੇ ਦੌਰਾਨ ਗਲਤੀ ਨਾਲ ਉਹਨਾਂ ਦੇ ਲੋਕਰ ਦੀ ਚਾਬੀ ਮੇਰੇ ਸਮਾਨ ਦੇ ਨਾਲ ਆ ਗਈ। ਸ਼ਾਮ ਨੂੰ ਦਫ਼ਤਰ ਤੋਂ ਮੈਂ ਸਿੱਧਾ ਸਹੁਰਾ ਜੀ ਦੇ ਕੋਲ ਪਹੁੰਚੀ। ਉਸ ਸਮੇਂ ਉਹ ਸਮਾਜਿਕ ਦੀ ਬੈਠਕ ਵਿੱਚ ਵਿਅਸਤ ਸੀ। ਮੈਨੂੰ ਦੇਖਦੇ ਹੀ ਬੋਲ ਬੈਠੇ, ਜਾਓ ਬੇਟਾ, ਮੈਂ ਤੇਰੇ ਨਾਲ ਥੋੜ੍ਹੀ ਦੇਰ ਬਾਅਦ ਗੱਲ ਕਰਦਾ ਹਾਂ। ਆਪਣੀ ਬੈਠਕ ਖਤਮ ਕਰਨ ਤੋਂ ਬਾਅਦ ਉਹਨਾਂ ਨੇ ਮੇਰੇ ਵੱਲ ਦੇਖਿਆ ਅਤੇ ਬੋਲਿਆ ਕਿ ਤੂੰ ਲੋਕਰ ਦੀ ਚਾਬੀ ਵਾਪਸ ਕਰਨ ਆਈ ਆ। ਉਹਨਾਂ ਦੀ ਗੱਲ ਸੁਣ ਕੇ ਮੈਨੂੰ ਹੈਰਾਨੀ ਹੋਈ ਤੇ ਉਹਨਾਂ ਨੂੰ ਕਿਵੇਂ ਪਤਾ ਚੱਲਿਆ ਕਿ ਮੈਂ ਲੋਕਰ ਦੀ ਚਾਬੀ ਦੇਣ ਆਈ ਆ। ਮੇਰੇ ਹੈਰਾਨੀ ਨਾਲ ਭਰਿਆ ਚਿਹਰਾ ਦੇਖ ਕੇ ਉਹ ਬੋਲੇ, ਬੇਟਾ, ਮੈਂ ਜਾਣਬੁੱਝ ਕੇ ਹੀ ਲੋਕਰ ਦੀ ਚਾਬੀ ਤੇਰੇ ਸਮਾਨ ਦੇ ਨਾਲ ਰੱਖ ਦਿੱਤੀ ਸੀ। ਦਰਅਸਲ ਮੈਂ ਤੇਰੀ ਪਰਖ ਕਰ ਰਿਹਾ ਸੀ ਕਿ ਤੂੰ ਚਾਬੀ ਆਪਣੇ ਕੋਲ ਰੱਖਦੀ ਆ ਜਾਂ ਮੈਨੂੰ ਵਾਪਸ ਕਰਦੀ ਆ।
ਮੈਂ ਟੇਬਲ ਉੱਤੇ ਲੋਕਰ ਦੀ ਚਾਬੀ ਰੱਖੀ ਤੇ ਉਹਨਾਂ ਨੂੰ ਨਮਸਕਾਰ ਕਰਕੇ ਮੁੜਨ ਲੱਗੀ। ਉਦੋਂ ਉਹ ਬੋਲੇ, ਸੁਣਿਆ ਹੈ ਤੂੰ ਨੌਕਰੀ ਕਰਨ ਲੱਗੀ ਆ ਤੇ ਤੇਰੇ ਆਪਣੇ ਦਫ਼ਤਰ ਦੇ ਮੈਨੇਜਰ ਦੇ ਨਾਲ ਬਹੁਤ ਬਣਦੀ ਆ। ਇਰਾਦਾ ਕੀ ਆ? ਮੈਂ ਸਤਿਕਾਰ ਨਾਲ ਅਤੇ ਧੀਰਜ ਦੇ ਨਾਲ ਕਿਹਾ, ਮੈਂ ਕੰਪਿਊਟਰ ਆਪਰੇਟਰ ਦੇ ਅਹੁਦੇ ਉੱਤੇ ਹਾਂ ਤੇ ਉਹ ਮੇਰੇ ਅਧਿਕਾਰੀ ਹਨ। ਇਸ ਲਈ ਕਈ ਵਾਰ ਮੈਨੂੰ ਉਹਨਾਂ ਦੇ ਕੈਬਨ 'ਚ ਜਾਣਾ ਪੈਂਦਾ। ਹੁਣ ਇਸ ਨੂੰ ਲੋਕ ਕਿਸ ਨਜ਼ਰ ਨਾਲ ਦੇਖਦੇ ਹਨ, ਕੀ ਸੋਚਦੇ ਹਨ, ਇਸ ਦੀ ਚਿੰਤਾ ਮੈਂ ਨਹੀਂ ਰੱਖਦੀ। ਮੇਰਾ ਜਵਾਬ ਸੁਣ ਕੇ ਉਹਨਾਂ ਨੇ ਗਰਦਨ ਨੀਵੀਂ ਕਰ ਲਈ। ਮੈਂ ਉਹਨਾਂ ਦੇ ਪੈਰ ਛੂਏ ਤੇ ਫਿਰ ਘਰ ਚਲੀ ਆਈ। ਮੈਂ ਘਰ ਜ਼ਰੂਰ ਚਲੀ ਆਈ, ਪਰ ਸਹੁਰਾ ਜੀ ਦੇ ਇਹ ਗੱਲ ਮੇਰੇ ਕੰਨਾਂ ਵਿੱਚ ਬਾਰ-ਬਾਰ ਟਕਰਾਉਂਦੀ ਰਹੀ ਕਿ ਸੁਣਿਆ ਹੈ ਤੂੰ ਨੌਕਰੀ ਕਰਨ ਲੱਗੀ ਆ ਤੇ ਤੇਰੇ ਦਫ਼ਤਰ ਦੇ ਮੈਨੇਜਰ ਦੇ ਨਾਲ ਬਹੁਤ ਬਣਦੀ ਆ। ਕੀ ਇਰਾਦਾ ਹੈ? ਮੈਨੂੰ ਲੱਗਿਆ ਕਿ ਇਹ ਗੱਲ ਹੁਣ ਮੈਨੂੰ ਇੱਥੇ ਚੈਨ ਨਾਲ ਨੌਕਰੀ ਨਹੀਂ ਕਰਨ ਦੇਵੇਗੀ। ਅੰਤ ਮੈਂ ਐਤਵਾਰ ਨੂੰ ਸਾਡੇ GM ਦੇ ਬੰਗਲੇ ਉੱਤੇ ਉਹਨਾਂ ਨਾਲ ਮਿਲਣ ਗਈ। ਉਹਨਾਂ ਨੇ ਪੁੱਛਿਆ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਮੈਂ ਕਿਹਾ, ਸਰ, ਮੈਂ ਆਪਣਾ ਟਰਾਂਸਫਰ ਭੋਪਾਲ ਕਰਾਉਣਾ ਚਾਹੁੰਦੀ ਹਾਂ। ਮੈਨੂੰ ਪਤਾ ਚੱਲਿਆ ਹੈ ਕਿ ਉੱਥੇ PRO ਦਾ ਅਹੁਦਾ ਸੇਵਾ ਮੁਕਤੀ ਹੋਣ ਦੇ ਨਾਲ ਖਾਲੀ ਹੈ। ਜੇਕਰ ਤੁਸੀਂ ਮੇਰਾ ਤਬਾਦਲਾ ਉੱਥੇ ਕਰਾ ਸਕੋ ਤਾਂ ਮੈਂ ਤੁਹਾਡੀ ਜੀਵਨ ਭਰ ਆਭਾਰੀ ਰਹਾਂਗੀ। ਨਿਮਰਤਾ ਨਾਲ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖੀ। ਪਰ ਤੁਸੀਂ ਤਾਂ ਇੱਥੇ ਕੰਪਿਊਟਰ ਆਪਰੇਟਰ ਹੋ, ਤੁਸੀਂ PR ਦਾ ਕੰਮ ਸੰਭਾਲ ਸਕੋਗੇ? ਮੈਂ ਕਿਹਾ, ਸਰ, ਮੈਨੂੰ ਲੱਗਦਾ ਹੈ ਕਿ ਮੈਂ ਹੁਣ ਕਿਸੇ ਵੀ ਅਹੁਦੇ ਉੱਤੇ ਕੰਮ ਕਰਨ ਦੇ ਯੋਗ ਹਾਂ। ਕੱਲ੍ਹ ਦਫ਼ਤਰ ਵਿੱਚ ਤਬਾਦਲੇ ਦੇ ਲਈ ਐਪਲੀਕੇਸ਼ਨ ਮੇਰੇ ਕੋਲ ਪਹੁੰਚਾ ਦੇਣਾ। ਉਹਨਾਂ ਨੇ ਇੰਨਾ ਕਹਿੰਦੇ ਮੈਂ ਉਹਨਾਂ ਦਾ ਧੰਨਵਾਦ ਕੀਤਾ ਤੇ ਘਰ ਵਾਪਸ ਮੁੜ ਆਈ। ਅਗਲੇ ਦਿਨ ਮੈਂ ਆਪਣਾ ਬਿਣੇ ਪੱਤਰ GM ਸਾਹਿਬ ਦੇ ਕੈਬਨ ਵਿੱਚ ਪਹੁੰਚਾ ਦਿੱਤਾ। ਲਗਭਗ 1 ਮਹੀਨੇ ਬਾਅਦ ਹੈੱਡਕੁਆਟਰ ਤੋਂ ਮੇਰਾ ਤਬਾਦਲਾ ਭੋਪਾਲ ਹੋਣ ਦਾ ਆਦੇਸ਼ ਆਇਆ। ਮੈਂ ਆਪਣਾ ਤਬਾਦਲਾ ਭੋਪਾਲ ਕਰਵਾ ਲਿਆ। ਇਹ ਜਾਣ ਕੇ ਮਿਸਿਜ਼ ਰਾਮਚੰਦਨੀ, ਦਫ਼ਤਰ ਦੇ ਸਾਰੇ ਜੀਵਨ ਸਾਥੀ ਹੈਰਾਨ ਸੀ। ਅਗਲੇ ਦਿਨ ਦਫ਼ਤਰ ਵਿੱਚ ਮੇਰਾ ਵਧਾਈ ਸਮਾਰੋਹ ਆਯੋਜਿਤ ਕੀਤਾ ਗਿਆ। ਵਧਾਈ ਸਮਾਰੋਹ ਦੇ ਬਾਅਦ ਮੈਂ ਸਿੱਧਾ ਸਹੁਰਾ ਜੀ ਦੇ ਨਾਲ ਮਿਲਣ ਉਹਨਾਂ ਦੇ ਘਰ ਉੱਥੇ ਪਹੁੰਚ ਗਈ। ਮੈਨੂੰ ਦੇਖਦੇ ਹੀ ਉਹ ਬੋਲੇ, ਰੇਖਾ, ਤੂੰ ਆਪਣਾ ਤਬਾਦਲਾ ਭੋਪਾਲ ਕਰਾ ਲਿਆ ਨਾ? ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਫਿਰ ਹੈਰਾਨ ਰਹਿ ਗਈ। ਮੇਰਾ ਤਬਾਦਲਾ ਕਰਾਉਣ ਦੀ ਖਬਰ ਉਹਨਾਂ ਨੂੰ ਕਿਵੇਂ ਮਿਲੀ? ਉਹਨਾਂ ਨੇ ਨੌਕਰ ਨੂੰ ਕਹਿ ਕੇ ਮੇਰੇ ਲਈ ਚਾਹ ਨਾਸ਼ਤਾ ਮੰਗਵਾਇਆ ਤੇ ਬੋਲੇ, ਰੇਖਾ, ਭੋਪਾਲ ਪਹੁੰਚਣ ਦੇ ਬਾਅਦ ਤੇਰਾ ਘਰ ਦਾ ਪਤਾ ਮੈਨੂੰ ਤੁਰੰਤ ਭਿਜਵਾ ਦੇਣਾ। ਦੇਖੋ ਰੇਖਾ, ਇਸ ਵਿੱਚ ਦੇਰ ਨਾ ਕਰਨਾ। ਭੋਪਾਲ ਆਉਣ ਤੋਂ ਬਾਅਦ 2 ਦਿਨ ਬਾਅਦ ਹੀ ਦਫ਼ਤਰ ਦੀ ਇੱਕ ਸਹਿਕਰਮੀ ਦੀ ਮਦਦ ਨਾਲ ਮੈਂ ਇੱਕ ਮਕਾਨ ਕਿਰਾਏ ਉੱਤੇ ਲੈ ਲਿਆ। ਨਵੇਂ ਪਤੇ ਦੀ ਜਾਣਕਾਰੀ ਸਹੁਰਾ ਸਾਹਿਬ ਜੀ ਨੂੰ ਭੇਜ ਦਿੱਤੀ। ਮੈਨੂੰ ਭੋਪਾਲ ਆਏ ਸਿਰਫ 3 ਮਹੀਨੇ ਹੀ ਹੋਏ ਸੀ ਤੇ ਅੱਜ ਦਫ਼ਤਰ ਤੋਂ ਘਰ ਪਹੁੰਚਣ ਦੇ ਦੌਰਾਨ ਇਹ ਸੂਚਨਾ ਮਿਲੀ ਕਿ ਸਹੁਰਾ ਜੀ ਨਹੀਂ ਰਹੇ। ਇਹ ਸੰਪੂਰਨ ਘਟਨਾਕ੍ਰਮ ਮੇਰੀਆਂ ਅੱਖਾਂ ਦੇ ਸਾਹਮਣੇ ਤੋਂ ਇੱਕ ਫਿਲਮ ਦੀ ਤਰ੍ਹਾਂ ਗੁਜ਼ਰ ਰਿਹਾ ਸੀ। ਗੱਡੀ ਸਟੇਸ਼ਨ ਦੇ ਸਾਹਮਣੇ ਅੱਗੇ ਵਧਦੀ ਹੋਈ ਅੰਦੋਲਨ ਤੇ ਜਾ ਕੇ ਰੁਕੀ। ਮੈਂ ਗੱਡੀ 'ਚੋਂ ਉਤਰੀ ਤੇ ਆਟੋ ਕਰਕੇ ਸਹੁਰਾ ਜੀ ਦੇ ਘਰ ਪਹੁੰਚੀ। ਮੇਰੇ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਅੰਤਿਮ ਯਾਤਰਾ ਦੀ ਪੂਰੀ ਤਿਆਰੀ ਹੋ ਗਈ ਸੀ। ਮੈਂ ਅੰਤਿਮ ਵਾਰ ਉਹਨਾਂ ਦਾ ਚਿਹਰਾ ਦੇਖਿਆ ਤੇ ਉਹਨਾਂ ਦੇ ਪੈਰ ਛੂਹੇ। ਹੁਣ ਉਹ ਇੱਕ ਲਾਸ਼ ਦੇ ਰੂਪ ਵਿੱਚ ਮੇਰੇ ਸਾਹਮਣੇ ਸੀ, ਪਰ ਉਹਨਾਂ ਨੂੰ ਦੇਖ ਕੇ ਲੱਗ ਰਿਹਾ ਸੀ ਜਿਵੇਂ ਉਹ ਮੈਨੂੰ ਕੁਝ ਕਹਿਣਾ ਚਾਹੁੰਦੇ ਹੋਣ। ਉਹਨਾਂ ਦੇ ਭਰਾ ਦੇ ਪੁੱਤਰ ਨੇ ਅਰਥੀ ਨੂੰ ਮੋਢਾ ਦਿੱਤਾ ਤੇ ਉਹਨਾਂ ਦੀ ਅੰਤਿਮ ਯਾਤਰਾ ਚੱਲ ਪਈ। ਅਗਲੇ ਦਿਨ ਮੈਨੂੰ ਮੇਰੇ ਚਚੇਰੇ ਦੇਵਰ ਨੇ ਇੱਕ ਫਾਈਲ ਸੌਂਪੀ। ਮੈਂ ਇੱਕ ਕਰਕੇ ਉਸ ਦੇ ਕਾਗਜ਼ ਪਲਟਣੇ ਸ਼ੁਰੂ ਕੀਤੇ। ਸਹੁਰਾ ਜੀ ਨੇ ਮੇਰੇ ਨਾਮ ਵਿਰਾਸਤ ਲਿਖ ਦਿੱਤੀ ਸੀ, ਜਿਸ ਵਿੱਚ ਸਾਰੀ ਜਾਇਦਾਦ ਅਤੇ ਰੁਪਈਏ ਪੈਸੇ ਮੇਰੇ ਨਾਮ ਲਿਖੇ ਸੀ। ਵਸੀਅਤ ਨਾਮ ਦੇ ਬਾਅਦ ਅੰਤ ਵਿੱਚ ਇੱਕ ਚਿੱਠੀ ਸੀ ਜੋ ਉਹਨਾਂ ਨੇ ਮੇਰੇ ਨਾਮ ਤੇ ਲਿਖੀ ਸੀ, ਜਿਸ ਵਿੱਚ ਲਿਖਿਆ ਸੀ, ਮੇਰੀ ਪਿਆਰੀ ਬੇਟੀ ਰੇਖਾ, ਆਸ਼ੀਰਵਾਦ, ਇਹ ਪੱਤਰ ਤੈਨੂੰ ਮੇਰੇ ਮਰਨ ਤੋਂ ਬਾਅਦ ਹੀ ਮਿਲੇਗਾ। ਤੂੰ ਮੇਰਾ ਸੁਭਾਅ ਦੇਖ ਕੇ ਹੈਰਾਨ ਸੀ, ਜੀਵਨ ਭਰ ਹੈਰਾਨ ਹੀ ਰਹੇਗੀ। ਮੈਂ ਜਾਣ ਬੁੱਝ ਕੇ ਤੈਨੂੰ ਆਪਣੇ ਘਰ ਤੋਂ ਕੱਢਣ ਦੇ ਲਈ ਮਜਬੂਰ ਕਰ ਦਿੱਤਾ ਤਾਂ ਕਿ ਤੂੰ ਆਪਣੇ ਕਮਰੇ ਤੋਂ ਸੁੰਨੇ ਕੋਨੇ ਤੋਂ ਬਾਹਰ ਨਿਕਲ ਕੇ ਦੁਨੀਆਦਾਰੀ ਨੂੰ ਸਮਝ ਸਕੇ। ਮਿਸਿਜ਼ ਰਾਮਚੰਦਰੀ ਨੂੰ ਬੁਲਾ ਕੇ ਮੈਂ ਹੀ ਉਹਨਾਂ ਨੂੰ ਤੇਰੇ ਕੋਲ ਭੇਜਿਆ ਸੀ ਤਾਂ ਕਿ ਤੂੰ ਕੰਪਿਊਟਰ ਆਪਰੇਟਰ ਦੀ ਪੋਸਟ ਦੇ ਲਈ ਅਪਲਾਈ ਕਰੇ। ਦਰਅਸਲ ਮੈਂ ਮਿਸਿਜ਼ ਰਾਮਚੰਦਰੀ ਤੋਂ ਜਾਣਕਾਰੀ ਲੈ ਕੇ ਹੀ ਤੇਰੇ ਕੋਲ ਤੇਰੇ ਮੈਨੇਜਰ ਦੇ ਨਾਲ ਜ਼ਿਆਦਾ ਘੁਲਣ ਮਿਲਣ ਦਾ ਆਰੋਪ ਲਗਾਇਆ ਸੀ। ਬੇਟੀ, ਮੈਂ ਇਹ ਚਾਹੁੰਦਾ ਸੀ ਕਿ ਤੂੰ ਸਮੇਂ ਦੇ ਨਾਲ ਆਪਣੇ ਲਈ ਇੱਕ ਜੀਵਨ ਸਾਥੀ ਤਲਾਸ਼ ਕਰ ਲੈ। ਇਹਦੇ ਲਈ ਤੇ ਮੈਨੂੰ ਤੇਰੇ ਦਫ਼ਤਰ ਦਾ ਮੈਨੇਜਰ ਠੀਕ ਲੱਗਿਆ, ਪਰ ਮੇਰੀ ਇਸ ਗੱਲ ਦਾ ਜਵਾਬ ਤੂੰ ਆਪਣਾ ਤਬਾਦਲਾ ਭੋਪਾਲ ਕਰਾਉਣ ਦੇ ਰੂਪ ਵਿੱਚ ਮੈਨੂੰ ਦਿੱਤਾ। ਬੇਟੀ, ਜ਼ਮਾਨੇ ਦੇ ਬਦਲਣ ਦੇ ਨਾਲ ਸਾਨੂੰ ਵੀ ਬਦਲਣਾ ਪੈਂਦਾ। ਵੈਸੇ ਵੀ ਇਕੱਲੀ ਔਰਤ ਦਾ ਜਿਉਣਾ ਅੱਜ ਕੱਲ੍ਹ ਬਹੁਤ ਮੁਸ਼ਕਲ ਹੋ ਗਿਆ। ਸਮਾਂ ਰਹਿੰਦੇ ਜੇਕਰ ਤੈਨੂੰ ਕੋਈ ਚੰਗਾ ਜੀਵਨ ਸਾਥੀ ਮਿਲ ਜਾਵੇ ਤਾਂ ਵਿਆਹ ਜ਼ਰੂਰ ਕਰਵਾ ਲੈਣਾ।
ਬੇਟੀ ਜੋ ਮਰ ਗਿਆ ਉਸ ਦੇ ਨਾਲ ਮਰਿਆ ਤਾਂ ਨਹੀਂ ਜਾਂਦਾ। ਮੈਨੂੰ ਚਿੰਤਾ ਇਹ ਸੀ ਕਿ ਜੇਕਰ ਤੈਨੂੰ ਇਸ ਕਦਰ ਨਿਰਾਸ਼ ਜ਼ਿੰਦਗੀ ਬਤੀਤ ਕਰਨ ਦੀ ਆਦਤ ਪੈ ਗਈ ਤਾਂ ਤੇਰਾ ਜੀਵਨ ਨਰਕ ਬਣ ਜਾਵੇਗਾ, ਕਿਉਂਕਿ ਸਾਡੇ ਕੋਲ ਬੇਅੰਤ ਧਨ ਦੌਲਤ ਹੋਵੇ ਤਾਂ ਵੀ ਜੀਵਨ ਦੀਆਂ ਖੁਸ਼ੀਆਂ ਸਿਰਫ ਰੁਪਏ ਪੈਸਿਆਂ ਤੋਂ ਨਹੀਂ ਮਿਲਦੀਆਂ। ਇਸ ਲਈ ਮੈਂ ਵੀ ਆਪਣਾ ਤਨ ਮਨ ਧਨ ਸਮਾਜਿਕ ਕੰਮਾਂ ਦੇ ਲਈ ਲਗਾਉਂਦਾ ਰਿਹਾ। ਬੇਟੀ, ਮਾਨਵ ਹੋਣ ਦਾ ਅਰਥ ਹੈ ਸਮਾਜ ਵਿੱਚ ਰਹਿਣਾ, ਜਦ ਕਿ ਤੂੰ ਆਪਣੇ ਆਪ ਨੂੰ ਇੱਕ ਕਮਰੇ ਦੇ ਇੱਕ ਕੋਨੇ ਭਰ ਵਿੱਚ ਕੈਦ ਕਰ ਲਿਆ ਸੀ। ਹੁਣ ਮੈਂ ਇਹ ਜਾਣ ਕੇ ਬਹੁਤ ਖੁਸ਼ ਹਾਂ ਤੇ ਸੰਤੁਸ਼ਟ ਵੀ ਹਾਂ ਕਿ ਤੂੰ ਜ਼ਿੰਦਗੀ ਨੂੰ ਫਿਰ ਤੋਂ ਜਿਉਣਾ ਸਿੱਖ ਲਿਆ ਤੇ ਮੈਂ ਇਹੀ ਚਾਹੁੰਦਾ ਸੀ ਕਿ ਹੁਣ ਜੋ ਕੁਝ ਤੇਰਾ ਹੈ ਉਹ ਇਸ ਵਸੀਅਤ ਦੇ ਜ਼ਰੀਏ ਤੈਨੂੰ ਸੌਂਪ ਰਿਹਾ ਹਾਂ। ਤੇਰਾ ਸਹੁਰਾ ਨਹੀਂ ਬਲਕਿ ਪਿਤਾ ਜੀ। ਉਹਨਾਂ ਦੀ ਇਹ ਚਿੱਠੀ ਪੜ੍ਹ ਕੇ ਮੈਂ ਮਨ ਹੀ ਮਨ ਬਹੁਤ ਪਰੇਸ਼ਾਨ ਹੋਈ ਅਤੇ ਲੱਗਿਆ ਕਿ ਕਾਸ਼ ਸੋਚਣ ਸ਼ਕਤੀ ਨੂੰ ਪਹਿਲਾਂ ਜਾਣ ਪਾਉਂਦੀ ਤਾਂ ਉਹਨਾਂ ਦੇ ਬਾਰੇ ਵਿੱਚ ਉਹ ਸਭ ਕੁਝ ਨਹੀਂ ਸੋਚਦੀ ਜੋ ਇਕੱਲੇਪਣ ਵਿੱਚ ਬੈਠੇ ਬੈਠੇ ਸੋਚਦੀ ਰਹੀ। ਉਹਨਾਂ ਦੇ ਪੱਤਰ ਵਿੱਚ ਲਿਖੀ ਇਸ ਗੱਲ ਦੀ ਮੈਂ ਸਮੇਂ ਰਹਿੰਦੇ ਕਿਸੇ ਜੀਵਨ ਸਾਥੀ ਨੂੰ ਪਸੰਦ ਕਰ ਲੈਂਦੀ। ਇਸ 'ਤੇ ਵੀ ਮੈਂ ਵਿਚਾਰ ਕਰ ਰਹੀ ਹਾਂ। ਯੋਗ ਸਾਥੀ ਮਿਲਣ ਉੱਤੇ ਮੈਂ ਉਹਨਾਂ ਦੀ ਇਸ ਗੱਲ ਨੂੰ ਜ਼ਰੂਰ ਅਮਲ ਵਿੱਚ ਲਿਆਵਾਂਗੀ ਤੇ ਰਾਜੀਵ ਦੀਆਂ ਯਾਦਾਂ ਤੇ ਉਹਨਾਂ ਦੇ ਨਾਲ ਬਿਤਾਏ ਗਏ ਪਲ ਤਾਂ ਹਮੇਸ਼ਾ ਮੇਰੇ ਨਾਲ ਰਹਿਣਗੇ। ਸੋ ਦੋਸਤੋ, ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।